ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਕਲਾਸ ਵਿੱਚ ਆਪਾਂ NIOS ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜੋ ਪੰਜਾਬੀ ਦਾ ਸਿਲੇਬਸ ਨਿਰਧਾਰਿਤ ਹੈ ਉਸ ਵਿੱਚੋਂ ਵਿਆਕਰਨ ਬਾਰੇ ਚਰਚਾ ਕਰਾਂਗੇ, ਜਿਸ ਦਾ ਇੱਕ ਭਾਗ ਇਸ ਤੋਂ ਪਹਿਲੀ ਵੀਡੀਓ ਵਿੱਚ ਡਿਸਕਸ ਕਰ ਚੁੱਕੀ ਹਾਂ, ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੀ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ਼ਬਦ ਰਚਨਾ ਬਾਰੇ ਗੱਲ ਕਰਾਂਗੇ, ਜਿਹਦੇ 'ਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀਆਂ ਸ਼ਬਦਾਂ ਦੀਆਂ ਕਿਸਮਾਂ ਨੇ ਉਹਨਾਂ ਦੀ ਗੱਲ ਹੋਏਗੀ। ਉਸ ਤੋਂ ਬਿਨਾਂ ਮੁਹਾਵਰੇ, ਅਖਾਣਾ ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਲਿਖਣ ਕੌਸ਼ਲ ਹੈ, ਰਾਈਟਿੰਗ ਸਕਿੱਲ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣੀਆਂ ਨੇ ਉਹਨਾਂ ਬਾਰੇ ਵੀ ਦੱਸਾਂਗੀ। ਸ਼ਬਦ ਰਚਨਾ ਤੋਂ ਸ਼ਬਦ ਤੋਂ ਹੀ ਜਿਵੇਂ ਪਤਾ ਲੱਗਦਾ ਬੇਟੇ, ਸ਼ਬਦ ਭਾਵ ਵਰਡ ਹੁੰਦੇ ਨੇ, ਰਚਨਾ ਮੈਨੇ ਉਹਨੂੰ ਕ੍ਰੀਏਟ ਕਰਨਾ, ਠੀਕ ਹੈ। ਤਾਂ ਸ਼ਬਦ ਰਚਨਾ ਕੀ ਆ ਕਿ ਕਿਸੇ ਵੀ ਜਿਹੜੀ ਭਾਸ਼ਾ ਦੇ ਵਿੱਚ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਆ, ਠੀਕ ਆ। ਇੱਕ ਸ਼ਬਦ ਤੋਂ ਹੋਰ ਸ਼ਬਦ ਬਣਦੇ ਨੇ। ਮੈਂ ਸੌਖੇ ਤੋਂ ਸੌਖੇ ਢੰਗ ਨਾਲ ਸਮਝਾਉਣ ਦਾ ਯਤਨ ਕਰਾਂਗੀ। ਜਿਵੇਂ ਸ਼ਬਦ ਹੈ ਰੋਗ, ਰੋਗ ਤੋਂ ਹੀ ਸ਼ਬਦ ਬਣ ਜਾਂਦਾ ਰੋਗੀ, ਠੀਕ ਹੈ। ਇਸੇ ਤਰ੍ਹਾਂ ਮਨੁੱਖ, ਮਨੁੱਖ ਤੋਂ ਸ਼ਬਦ ਬਣ ਜਾਂਦਾ ਮਨੁੱਖਤਾ। ਜਿਹੜੇ ਇਸ ਤਰ੍ਹਾਂ ਇੱਕ ਸ਼ਬਦ ਤੋਂ ਹੋਰ ਸ਼ਬਦਾਂ ਦੀ ਰਚਨਾ ਹੋ ਜਾਣੀ, ਕ੍ਰੀਏਟ ਹੋ ਜਾਣੀ, ਉਹਨੂੰ ਅਸੀਂ ਕਹਿੰਦੇ ਹਾਂ ਸ਼ਬਦ ਰਚਨਾ। ਹੁਣ ਆਪਾਂ ਧਿਆਨ ਇਹ ਦੇਣਾ ਕਿ ਸਾਨੂੰ ਪੇਪਰ 'ਚ ਕਿਸ ਤਰ੍ਹਾਂ ਦੇ ਨਾਲ ਪੁੱਛਿਆ ਜਾਊਗਾ, ਅਤੇ ਥੋੜ੍ਹਾ ਜਿਹਾ ਇਹਦਾ ਬੇਸਿਕ, ਜਿਵੇਂ ਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਕਿ ਇਹ ਕੁਐਸਚਨ ਵੀ ਆ ਸਕਦਾ ਕਿ ਬਣਤਰ ਦੇ ਪੱਖ ਤੋਂ, ਬਣਾਵਟ, ਬਣਤਰ ਜਾਣੀ ਬਣਦੇ ਕਿਵੇਂ ਆ, ਸਟਰਕਚਰ ਕਿਵੇਂ ਹੁੰਦੇ ਆ, ਠੀਕ ਹੈ। ਬਣਤਰ ਦੇ ਪੱਖ ਤੋਂ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਦੋ ਤਰ੍ਹਾਂ ਦੇ। ਇੱਕ ਹੁੰਦੇ ਆ ਮੂਲ ਸ਼ਬਦ, ਇੱਕ ਹੁੰਦੇ ਆ ਰਚਿਤ ਸ਼ਬਦ। ਬਹੁਤ ਹੀ ਸਿੰਪਲੀ ਇਹਨੂੰ ਸਮਝੋ। ਮੂਲ ਸ਼ਬਦ ਹੁੰਦੇ ਉਹ ਸ਼ਬਦ ਜਿਨ੍ਹਾਂ ਨੂੰ ਹੋਰ ਅੱਗੋਂ ਤੋੜਿਆ ਨਾ ਜਾ ਸਕੇ, ਜਾਣੀ ਕਿ ਘਟਾਇਆ ਨਾ ਜਾ ਸਕੇ, ਠੀਕ ਹੈ। ਅਤੇ ਰਚਿਤ ਸ਼ਬਦ ਉਹ ਹੁੰਦੇ ਆ ਜਿਹੜੇ ਮੂਲ ਸ਼ਬਦ ਦੇ ਵਿੱਚ ਕੋਈ ਨਾ ਕੋਈ ਵਾਧਾ ਕਰਕੇ ਨਵਾਂ ਬਣਾਇਆ ਜਾਂਦਾ। ਇਹਨੂੰ ਹੋਰ ਸੌਖੀ ਤਰ੍ਹਾਂ ਮੈਂ ਸਮਝਾਵਾਂ। ਹੁਣ ਜਿਸ ਤਰ੍ਹਾਂ ਆਪਾਂ ਹੁਣੇ ਬਣਾਇਆ ਸੀ ਸ਼ਬਦ ਰੋਗ, ਠੀਕ ਹੈ। ਰੋਗ ਤੋਂ ਆਪਾਂ ਬਣਾਇਆ ਸੀ ਰੋਗੀ। ਰੋਗੀ ਸ਼ਬਦ ਨੂੰ ਅਸੀਂ ਹੋਰ ਘਟਾ ਸਕਦੇ ਹਾਂ, ਜਾਣੀ ਕਿ ਰੋਗੀ ਦੀ ਬਿਹਾਰੀ ਕੱਟਦੀ ਤਾਂ ਰੋਗ ਰਹਿ ਗਿਆ ਪਿੱਛੇ, ਲੇਕਿਨ ਰੋਗ ਨੂੰ ਹੋਰ ਨਹੀਂ ਘਟਾ ਸਕਦੇ, ਠੀਕ ਹੈ। ਸੋ ਇਸ ਕਰਕੇ ਜਿਹੜੇ ਨੂੰ ਅਸੀਂ ਹੋਰ ਨਹੀਂ ਘਟਾ ਸਕਦੇ ਉਹ ਹੁੰਦਾ ਮੂਲ ਸ਼ਬਦ। ਮੂਲ ਸ਼ਬਦ ਦੇ ਨਾਲ ਅੱਗੇ ਜਾਂ ਪਿੱਛੇ ਕੁਛ ਵੀ ਲਗਾ ਕੇ ਉਹਦਾ ਇੱਕ ਨਵਾਂ ਸ਼ਬਦ ਬਣਾ ਲੈਂਦੇ ਹਾਂ ਜਦੋਂ, ਉਹ ਹੁੰਦੇ ਆ ਰਚਿਤ ਸ਼ਬਦ, ਠੀਕ ਹੈ। ਸੋ ਯਾਦ ਰੱਖਣਾ, ਬਣਤਰ ਦੇ ਪੱਖ ਤੋਂ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ। ਜੇ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਸ਼ਨ ਆਉਂਦਾ ਕੋਈ, ਮੂਲ ਸ਼ਬਦ ਅਤੇ ਰਚਿਤ ਸ਼ਬਦ, ਠੀਕ ਹੈ। ਰਚਿਤ ਜਾਣੀ ਕਿ ਮੂਲ ਸ਼ਬਦ ਦੇ ਅੱਗੇ ਪਿੱਛੇ ਕੁਛ ਲਗਾ ਕੇ, ਅਗੇਤਰ ਪਿਛੇਤਰ ਲਗਾ ਕੇ ਕੋਈ ਨਵਾਂ ਸ਼ਬਦ ਬਣਾਇਆ ਜਾਂਦਾ। ਜਿਵੇਂ ਮਨੁੱਖ ਇੱਕ ਮੂਲ ਸ਼ਬਦ ਹੋ ਗਿਆ, ਮੂਲ ਸ਼ਬਦ ਦੇ ਅੱਗੇ ਮੈਂ ਲਗਾਤਾ ਤਾਂ ਉਹ ਬਣ ਗਿਆ ਮਨੁੱਖਤਾ, ਇਹ ਹੋ ਗਿਆ ਰਚਿਤ ਸ਼ਬਦ, ਠੀਕ ਹੈ। ਡਰ ਇੱਕ ਸ਼ਬਦ ਆ, ਉਹ ਹੈਗਾ ਮੂਲ, ਉਹਦੇ ਅੱਗੇ ਲਾਤਾ ਮੈਂ ਨੰਨੇ ਨੂੰ ਸਿਹਾਰੀ, ਉਹ ਬਣ ਗਿਆ ਨਿਡਰ, ਇਹ ਹੋ ਗਿਆ ਰਚਿਤ। ਹੁਣ ਰਚਿਤ ਫਿਰ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ ਨਾ। ਰਚਿਤ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਆ ਉਤਪੰਨ ਸ਼ਬਦ, ਇੱਕ ਹੁੰਦੇ ਸਮਾਸੀ ਸ਼ਬਦ। ਉਤਪੰਨ ਸ਼ਬਦ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ, ਅਗੇਤਰ ਜਾਂ ਪਿਛੇਤਰ ਲਾ ਕੇ ਜਿਹੜੇ ਬਣਾਏ ਜਾਂਦੇ ਨੇ। ਉਹ ਕੋਈ ਵੀ ਸ਼ਬਦ ਜਿਹੜੇ ਅਗੇਤਰ ਜਾਂ ਪਿਛੇਤਰ ਲਾ ਕੇ ਬਣਾਏ ਜਾਣ, ਉਹਨਾਂ ਨੂੰ ਅਸੀਂ ਉਤਪੰਨ ਰਚਿਤ ਸ਼ਬਦ ਕਹਿੰਦੇ ਹਾਂ, ਠੀਕ ਹੈ ਨਾ। ਉਤਪੰਨ ਰਚਿਤ ਸ਼ਬਦ ਜਾਂ ਇਕੱਲਾ ਉਤਪੰਨ ਸ਼ਬਦ। ਜਿਵੇਂ ਉਹੀ ਆਪਾਂ ਬਹੁਤ ਸਾਰੇ ਇਹਦੇ 'ਚ ਉਦਾਹਰਨਾਂ ਦੇ ਸਕਦੇ ਹਾਂ। ਰਿਸ਼ਵਤ ਇੱਕ ਮੂਲ ਸ਼ਬਦ ਆ, ਉਹਦੇ ਪਿੱਛੇ ਖੋਰ ਲਗਾਤਾ ਤਾਂ ਬਣ ਗਿਆ ਰਿਸ਼ਵਤ ਖੋਰ। ਇੱਦਾਂ ਹੀ ਮੰਤਰੀ ਇੱਕ ਸ਼ਬਦ ਆ, ਮੂਲ ਸ਼ਬਦ, ਉਹਦੇ ਅੱਗੇ ਅਸੀਂ ਲਗਾਤਾ ਉਪ ਤਾਂ ਬਣ ਗਿਆ ਉਪ ਮੰਤਰੀ। ਇਹ ਸਾਰੇ ਦੇ ਸਾਰੇ ਹੋ ਗਏ ਉਤਪੰਨ ਸ਼ਬਦ, ਜਾਣੀ ਕਿ ਨਵੇਂ ਪੈਦਾ ਕੀਤੇ ਸ਼ਬਦ। ਦੂਜੀ ਟਾਈਪ ਹੁੰਦੀ ਹੈ ਬੇਟੇ ਰਚਿਤ ਸ਼ਬਦਾਂ ਦੀ ਸਮਾਸੀ ਸ਼ਬਦ। ਸਮਾਸੀ ਸਿੰਪਲ ਜਿਹਾ ਭਾਵ ਜਿਹੜੀ ਦੋ ਸ਼ਬਦਾਂ ਦੇ ਵਿਚਾਲੇ ਅਸੀਂ ਇੱਕ ਲਾਈਨ ਮਾਰਦੇ ਹਾਂ, ਉਹਨੂੰ ਕਹਿੰਦੇ ਆ ਪੰਜਾਬੀ 'ਚ ਸਮਾਸ, ਠੀਕ ਹੈ। ਤਾਂ ਇਸੇ ਕਰਕੇ ਉਹਨੂੰ ਸਮਾਸੀ ਸ਼ਬਦ ਕਹਿ ਰਿਹਾ ਵੀ ਕੋਈ ਵੀ ਦੋ ਸ਼ਬਦਾਂ ਦੇ ਸੈਂਟਰ 'ਚ ਅਸੀਂ ਇੱਕ ਲਾਈਨ ਮਾਰ ਲੈਂਦੇ ਹਾਂ। ਜਿਵੇਂ ਦੁੱਖ ਸੁੱਖ ਲਿਖਣ ਵੇਲੇ ਦੁੱਖ ਲਿਖਿਆ, ਫਿਰ ਸੈਂਟਰ 'ਚ ਇੱਕ ਲਾਈਨ ਲੇਟਵੀਂ, ਫਿਰ ਸੁੱਖ, ਠੀਕ ਹੈ। ਤਾਂ ਦੁੱਖ ਸੁੱਖ ਅਸੀਂ ਇਕੱਠੇ ਹੀ ਯੂਜ਼ ਕਰਦੇ ਹਾਂ ਵਰਡ। ਦਿਨ ਇੱਕ ਅਲੱਗ ਸ਼ਬਦ ਆ, ਰਾਤ ਇੱਕ ਅਲੱਗ ਸ਼ਬਦ ਆ, ਲੇਕਿਨ ਜਦੋਂ ਅਸੀਂ ਉਹਨਾਂ ਦੇ ਗੱਬੇ ਸਮਾਸ ਪਾ ਦਿੰਦੇ ਹਾਂ, ਭਾਵ ਲੇਟਵੀਂ ਇੱਕ ਲਾਈਨ ਪਾ ਦਿੰਦੇ ਹਾਂ, ਤਾਂ ਉਹ ਬਣ ਜਾਂਦਾ ਇੱਕ ਸਮਾਸੀ ਸ਼ਬਦ, ਜਾਣੀ ਕਿ ਉਹਨੂੰ ਅਸੀਂ ਇਕੱਠੇ ਹੀ ਬੋਲਦੇ ਹਾਂ। ਦਿਨ ਰਾਤ, ਅਮੀਰ ਗਰੀਬ, ਦੁੱਖ ਸੁੱਖ, ਦਿਨ ਰਾਤ, ਠੀਕ ਹੈ। ਇਹ ਜਿਹੜੇ ਸ਼ਬਦ ਹੁੰਦੇ ਨੇ ਇਹਨਾਂ ਨੂੰ ਕਿਹਾ ਜਾਂਦਾ ਸਮਾਸੀ, ਜਾਣੀ ਕਿ ਉਹ ਕੋਈ ਵੀ ਸ਼ਬਦ ਉੱਦਾਂ ਉਹ ਅਲੱਗ-ਅਲੱਗ ਹੁੰਦੇ ਨੇ, ਜਦੋਂ ਉਹਨਾਂ ਦੇ ਸੈਂਟਰ 'ਚ ਅਸੀਂ ਜੋੜ ਨਹੀਂ ਪਾ ਦਿੰਦੇ ਹਾਂ, ਭਾਵ ਲੇਟਵੀਂ ਇੱਕ ਲਾਈਨ ਪਾ ਦਿੰਦੇ ਹਾਂ, ਸਮਾਸ ਪਾ ਦਿੰਦੇ ਹਾਂ, ਤਾਂ ਉਹੀ ਇੱਕ ਇਕੱਠਾ ਵਰਡ ਬਣ ਜਾਂਦਾ ਹੈ। ਦਿਨ ਅਤੇ ਰਾਤ ਅਲੱਗ-ਅਲੱਗ ਸ਼ਬਦਾਂ ਤੋਂ ਜੇ ਹਾਈਫਨ ਪਾ ਕੇ ਅਸੀਂ ਲਿਖ ਦਈਏ ਤਾਂ ਦਿਨ ਰਾਤ ਇੱਕ ਇਕੱਠਾ ਵਰਡ ਬਣ ਜਾਂਦਾ, ਜਿਹਨੂੰ ਸਮਾਸੀ ਸ਼ਬਦ ਕਹਿੰਦੇ ਨੇ।
ਸੋ ਪ੍ਰਸ਼ਨ ਇੱਦਾਂ ਦੀ ਹੋ ਸਕਦੇ ਨੇ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਸ਼ਬਦ ਰਚਨਾ ਤੋਂ ਭਾਵ ਕੀ ਆ, ਇੱਕ ਸ਼ਬਦ ਤੋਂ ਦੂਜਾ ਸ਼ਬਦ ਬਣਾਉਣ ਦੀ ਜਿਹੜੀ ਕਿਰਿਆ ਉਹਨੂੰ ਕਹਿੰਦੇ ਆ ਸ਼ਬਦ ਰਚਨਾ। ਠੀਕ ਹੈ, ਇਹ ਕਿਸੇ ਵੀ ਤਰੀਕੇ ਪੁੱਛਿਆ ਜਾ ਸਕਦਾ। ਫਿਰ ਉਹ ਕਹਿ ਸਕਦੇ ਆ ਬਣਤਰ ਦੇ ਹਿਸਾਬ ਤੋਂ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ, 2 ਤਰ੍ਹਾਂ ਦੇ। ਮੂਲ ਸ਼ਬਦ ਕਿਹਨੂੰ ਕਹਿੰਦੇ ਨੇ ਬੇਟੇ, ਜਿਹੜੇ ਸ਼ਬਦ ਹੈਗੇ ਆ ਕਿਸੇ ਹੋਰ ਦੀ ਸਹਾਇਤਾ ਤੋਂ ਬਿਨਾਂ ਬਣਦੇ ਨੇ। ਠੀਕ ਹੈ ਨਾ, ਅਤੇ ਉਸ ਤੋਂ ਬਿਨਾਂ ਆਪਾਂ ਕਹਿੰਦੇ ਹਾਂ ਰਚਿਤ ਸ਼ਬਦ। ਰਚਿਤ ਸ਼ਬਦ ਹੁੰਦੇ ਆ ਜਿਹੜੇ ਸ਼ਬਦਾਂ ਦੇ ਨਾਲ ਅਗੇਤਰ ਜਾਂ ਪਛੇਤਰ ਲਗਾ ਕੇ ਨਵਾਂ ਸ਼ਬਦ ਰਚਿਆ ਜਾਂਦਾ। ਓਕੇ, ਉਸ ਤੋਂ ਅੱਗੇ ਬੇਟੇ ਇੱਕ ਟਾਈਪ ਆ ਗਈ ਸ਼ਬਦਾਂ ਦੀ ਸਮਾਨ ਅਰਥਕ। ਸ਼ਬਦ ਤੋਂ ਹੀ ਕਲੀਅਰ ਹੋ ਜਾਂਦਾ, ਸਮਾਨ ਮੈਨੇ ਹੁੰਦਾ ਬਰਾਬਰ, ਸੇਮ। ਸਮਾਨ ਤੋਂ ਇੱਦਾਂ ਯਾਦ ਰੱਖ ਲੈਣਾ, ਸੇਮ। ਠੀਕ ਹੈ, ਸਮਾਨ ਅਰਥਕ ਸ਼ਬਦ ਉਹ ਸ਼ਬਦਾਂ ਦੇ ਜਿਹੜੇ ਸੇਮ ਅਰਥ ਰੱਖਣ ਵਾਲੇ, ਜਿਵੇਂ ਉਦਾਸੀ ਸ਼ਬਦ ਆ ਇੱਕ, ਇਹਦਾ ਸੇਮ ਅਰਥ ਕੀ ਹੋ ਸਕਦਾ, ਚਿੰਤਾ, ਫਿਕਰ, ਸੋਗ। ਠੀਕ ਹੈ, ਸੋ ਜੇ ਸਾਨੂੰ ਕੋਈ ਕਹੂਗਾ ਕਿ ਉਦਾਸੀ ਦੇ ਸਮਾਨਾਰਥਕ ਸ਼ਬਦ ਲੱਭੋ ਹੇਠ ਦਿੱਤਿਆਂ ਚੋਂ, ਜਾਂ ਉਦਾਸੀ ਦੇ ਸਮਾਨਾਰਥਕ ਸ਼ਬਦ ਲਿਖੋ, ਤਾਂ ਅਸੀਂ ਉਹ ਸ਼ਬਦ ਲਿਖਣੇ ਜਿਨ੍ਹਾਂ ਦਾ ਸੇਮ ਅਰਥ ਉਦਾਸੀ ਵਾਲਾ। ਜਿੱਦਾਂ ਆਪਾਂ ਕਹੀਏ ਸਿਆਲ, ਸਿਆਲ ਨੂੰ ਆਪਾਂ ਕਈ ਲੋਕ ਠੰਡ ਕਹਿ ਦਿੰਦੇ ਆ, ਕੋਈ ਸਰਦੀ ਕਹਿ ਦਿੰਦੇ ਆ, ਕੋਈ ਪਾਲਾ ਕਹਿ ਦਿੰਦੇ ਆ। ਇਟ ਮੀਨਸ ਇਹ ਸਾਰੇ ਕੀ ਨੇ, ਸਮਾਨਾਰਥਕ। ਕਲੀਅਰ ਬੇਟੇ। ਜ਼ਿੰਦਗੀ ਆ, ਜ਼ਿੰਦਗੀ ਨੂੰ ਜਾਨ ਵੀ ਕਹਿ ਦਿੰਦੇ ਆ, ਜਿੰਦ ਵੀ ਕਹਿ ਦਿੰਦੇ ਆ, ਜੀਵਨ ਵੀ ਕਹਿ ਦਿੰਦੇ ਆ। ਸੋ ਮਨੁੱਖ ਆ, ਉਹਨੂੰ ਆਦਮੀ ਵੀ ਕਹਿ ਦਿੰਦੇ ਆ, ਪੁਰਸ਼ ਵੀ ਕਹਿ ਦਿੰਦੇ ਆ, ਬੰਦਾ ਵੀ। ਠੀਕ ਹੈ, ਸੋ ਇਸ ਤਰ੍ਹਾਂ ਸਮਾਨ ਅਰਥ ਰੱਖਣ ਵਾਲੇ, ਯਾਨੀ ਕਿ ਸੇਮ ਅਰਥ, ਸ ਤੋਂ ਯਾਦ ਰੱਖਣਾ। ਸੋ ਇਹਦੇ 'ਚ ਜਿਵੇਂ ਆਪਾਂ ਤੁਹਾਨੂੰ ਕੁਛ ਕੁ ਐਗਜ਼ਾਮਪਲ ਮੈਂ ਦਿੱਤੀਆਂ ਨੇ, ਅਤੇ ਤੁਹਾਨੂੰ ਪੇਪਰ 'ਚ ਇੱਦਾਂ ਆ ਸਕਦਾ ਕਿ ਇੱਕ ਵਰਡ ਦਿੱਤਾ ਉਹਨਾਂ ਨੇ, ਆਕਾਸ਼। ਠੀਕ ਹੈ, ਥੱਲੇ ਕਾਫੀ ਸਾਰੇ ਵਰਡ ਦਿੱਤੇ ਅਤੇ ਤੁਹਾਨੂੰ ਕਹਿ ਤਾ ਕਿ ਇਹਦਾ ਸਮਾਨਾਰਥਕ ਲੱਭੋ, ਜਿਵੇਂ ਧਰਤੀ, ਆਸਮਾਨ, ਪਰਮਾਤਮਾ। ਠੀਕ ਹੈ, ਹੁਣ ਇਹਨਾਂ ਵਿੱਚੋਂ ਆਕਾਸ਼ ਦਾ ਸਮਾਨਾਰਥਕ ਕਿਹੜਾ ਹੈ, ਅਸਮਾਨ। ਇੱਦਾਂ ਹੀ ਮਿੱਤਰਤਾ, ਮਿੱਤਰਤਾ ਦੇ ਥੱਲੇ ਉਹਨਾਂ ਨੇ ਸ਼ਬਦ ਦਿੱਤੇ ਕਮਜ਼ੋਰੀ, ਦੋਸਤੀ, ਵਿਰੋਧੀ, ਦੁਸ਼ਮਣੀ। ਸੋ ਸਮਾਨਾਰਥਕ ਹੁੰਦਾ ਸੇਮ ਅਰਥ, ਮਿੱਤਰਤਾ ਦਾ ਸੇਮ ਅਰਥ ਰੱਖਦਾ ਹੈ ਦੋਸਤੀ ਸ਼ਬਦ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਇਹ ਪੁੱਛੇ ਜਾਣਗੇ। ਉਦੋਂ ਬਾਅਦ ਇਹ ਵੀ ਪੁੱਛ ਸਕਦੇ ਆ ਤੁਹਾਨੂੰ ਭੁਲੇਖਾ ਪਾਉਣ ਦੀ ਮਾਰੇ ਕਿ ਕੋਈ ਸ਼ਬਦ ਦੇਤਾ ਉਹਨਾਂ ਨੇ ਇਨਸਾਨ ਸਪੋਜ਼। ਠੀਕ ਹੈ, ਅਤੇ ਥੱਲੇ 4-5 ਸ਼ਬਦ ਦੇਤੇ ਅਤੇ ਤੁਹਾਨੂੰ ਕਹਿਤਾ ਕਿ ਉਹ ਸ਼ਬਦ ਲੱਭੋ ਜਿਹੜਾ ਸਮਾਨ ਅਰਥਕ ਨਹੀਂ ਹੈ। ਫਿਰ ਕੀ ਹੋਏਗਾ ਕਿ ਜ਼ਿਆਦਾਤਰ ਸ਼ਬਦ ਥੱਲੇ ਦਿੱਤੇ ਹੋਣਗੇ ਉਹ ਸਮਾਨਾਰਥੀ ਹੋਣਗੇ, ਕੋਈ ਇੱਕ ਅੱਧਾ ਹੋਊਗਾ ਜਿਹੜਾ ਨਹੀਂ ਹੋਊਗਾ, ਫਿਰ ਅਸੀਂ ਉਹ ਲੱਭਣਾ। ਫੋਰ ਐਗਜ਼ਾਮਪਲ ਸ਼ਬਦ ਹੈਗਾ ਬੇਟੇ ਇਨਸਾਨ, ਥੱਲੇ ਉਹਨਾਂ ਨੇ ਦਿੱਤਾ ਬੇਈਮਾਨ, ਆਦਮੀ, ਮਨੁੱਖ, ਮਾਨਵ। ਹੁਣ ਆਦਮੀ, ਮਨੁੱਖ, ਮਾਨਵ ਤਾਂ ਸਮਾਨਾਰਥੀ ਹੋ ਗਏ, ਲੇਕਿਨ ਪੁੱਛਿਆ ਉਹਨੇ ਕੀ ਹੈ, ਜੋ ਸਮਾਨਾਰਥੀ ਨਹੀਂ ਹੈ। ਇਸ ਕਰਕੇ ਸਾਡਾ ਸਹੀ ਆਨਸਰ ਜਾਊਗਾ ਬੇਈਮਾਨ। ਇੱਕ ਬੇਟੇ ਹੁੰਦੇ ਆ ਵਿਰੋਧੀ ਸ਼ਬਦ, ਤੁਸੀਂ ਛੋਟੀਆਂ ਕਲਾਸਾਂ ਤੋਂ ਕਰਦੇ ਆ ਰਹੇ ਹੋ, ਤੁਹਾਨੂੰ ਥੋੜ੍ਹਾ ਜਿਹਾ ਬਸ ਦੇਖਣਾ ਹੈਗਾ, ਉੱਚਾ ਨੀਵਾਂ, ਔਖਾ ਸੌਖਾ, ਸੀਗਾ, ਸੁਸਤ ਚੁਸਤ। ਅਤੇ ਇਹਨੂੰ ਜਿਹੜਾ ਤੁਹਾਡੀ ਕਲਾਸ ਜਾਂ ਤੁਹਾਡੇ ਪੇਪਰ ਆ ਉਹਦੇ 'ਚ ਇਸ ਤਰੀਕੇ ਪੁੱਛਿਆ ਜਾ ਸਕਦਾ, ਇੱਕ ਸ਼ਬਦ ਦੇਤਾ, ਥੱਲੇ ਦਿੱਤੇ ਸ਼ਬਦਾਂ 'ਚੋਂ, ਹੇਠ ਦਿੱਤੇ ਸ਼ਬਦਾਂ 'ਚੋਂ ਵਿਰੋਧੀ ਸ਼ਬਦ ਲੱਭੋ। ਠੀਕ ਹੈ, ਜਿੱਦਾਂ ਪਰਬਤ, ਥੱਲੇ ਦੇਤਾ ਟਿੱਬਾ, ਨਦੀ, ਪਹਾੜ, ਮੈਦਾਨ। ਹੁਣ ਇਹਦਾ ਵਿਰੋਧੀ ਹੋਏਗਾ ਮੈਦਾਨ। ਆਜ਼ਾਦ ਸ਼ਬਦ ਦੇਤਾ, ਥੱਲੇ ਦੇਤਾ ਪਰਾਧੀਨ, ਦਾਸ, ਅਧੀਨ, ਗੁਲਾਮ। ਆਜ਼ਾਦ ਦਾ ਵਿਰੋਧੀ ਹੋ ਗਿਆ ਗੁਲਾਮ। ਅੱਗੇ ਆ ਗਿਆ ਸ਼ਬਦ ਬਹੁ ਅਰਥਕ। ਬਹੁ ਤੋਂ ਮਤਲਬ ਹੁੰਦਾ ਬਹੁਤ। ਠੀਕ ਆ, ਅਰਥਕ ਮਤਲਬ ਅਰਥਾਂ ਵਾਲਾ, ਯਾਨੀ ਕਿ ਸ਼ਬਦ ਇੱਕੋ ਹੋਏਗਾ, ਇੱਕੋ ਹੀ ਉਹਦੇ ਸਪੈਲਿੰਗ ਹੋਣਗੇ। ਜਦੋਂ ਅਸੀਂ ਉਹਨੂੰ ਵਰਤਦੇ ਹਾਂ ਤਾਂ ਵਰਤਣ ਦੇ ਹਿਸਾਬ ਨਾਲ ਵੀ ਕਿਹੜੇ ਕੰਟੈਕਸਟ ਵਿੱਚ ਵਰਤ ਰਹੇ ਤਾਂ ਉਹ ਅਲੱਗ-ਅਲੱਗ ਅਰਥ ਦਿੰਦਾ। ਪਹਿਲਾਂ ਤਾਂ ਯਾਦ ਰੱਖਣਾ, ਬਹੁ ਅਰਥਕ ਸ਼ਬਦ ਹੁੰਦਾ ਕੀ ਆ, ਉਹ ਸ਼ਬਦ ਜਿਹਦੇ ਇੱਕ ਤੋਂ ਵੱਧ ਅਰਥ ਹੋਣ। ਠੀਕ ਹੈ, ਸ਼ਬਦ ਇੱਕੋ, ਸਪੈਲਿੰਗ ਇੱਕੋ, ਲੇਕਿਨ ਜਿੱਥੇ ਜਿੱਥੇ ਜਿਵੇਂ ਜਿਵੇਂ ਉਹਨੂੰ ਵਰਤਾਂਗੇ ਤਾਂ ਅਲੱਗ-ਅਲੱਗ ਥਾਵਾਂ 'ਤੇ ਉਹ ਅਲੱਗ-ਅਲੱਗ ਅਰਥ ਸਾਨੂੰ ਦੇਵੇਗਾ। ਸਿੰਪਲ ਜੀ ਐਗਜ਼ਾਮਪਲ ਤੁਹਾਨੂੰ ਦੇ ਕੇ ਸਮਝਾਉਣੀ ਆ, ਘੜੀ। ਠੀਕ ਹੈ, ਇੱਕ ਜਦੋਂ ਆਪਾਂ ਘੜੀ ਸ਼ਬਦ ਵਰਤਦੇ ਹਾਂ ਤਾਂ ਮੈਂ ਘੜੀ ਬੰਨੀ ਹੋਈ ਹੈ, ਇੱਥੇ ਸਾਨੂੰ ਪਤਾ ਕਿ ਟਾਈਮ ਦੱਸਣ ਵਾਲਾ ਜਿਹੜਾ ਇੱਕ ਇੰਸਟਰੂਮੈਂਟ ਆ। ਅਤੇ ਦੂਸਰਾ ਇੱਕ ਆਪਾਂ ਇਹਨੂੰ ਇੱਦਾਂ ਵਰਤ ਸਕਦੇ ਹਾਂ, ਮੈਂ ਪੈਨਸਲ ਘੜੀ। ਹੁਣ ਇੱਥੇ ਦਾ ਅਲੱਗ ਅਰਥ ਆ, ਲੇਕਿਨ ਸਪੈਲਿੰਗ ਸੇਮ ਨੇ, ਬੋਲਣ 'ਚ ਸੇਮ ਆ। ਠੀਕ ਹੈ, ਸੋ ਇੱਦਾਂ ਹੀ ਮਿੱਟੀ, ਘੜੀ ਵਿੱਚ ਪਾਣੀ ਬਹੁਤ ਘੱਟ ਹੈ। ਘੜੇ ਦੀ ਜਿਹੜੀ ਛੋਟੀ ਫੋਰਮ ਹੁੰਦੀ ਆ ਉਹਨੂੰ ਵੀ ਕਹਿ ਦਿੰਦੇ ਆ। ਉਦੋਂ ਬਾਅਦ ਇੱਥੋਂ ਜਦੋਂ ਆਪਾਂ ਕਹਿੰਦੇ ਹਾਂ ਕਿ ਫਲਾਨਾ ਤਾਂ ਘੜੀ ਪਲ ਦਾ ਮਹਿਮਾਨ ਹੈ, ਅਤੇ ਇੱਥੇ ਘੜੀ ਪਲ ਤੋਂ ਮਤਲਬ ਹੋ ਗਿਆ ਥੋੜ੍ਹੇ ਸਮੇਂ ਦਾ। ਸੋ ਮੈਂ ਅਲੱਗ-ਅਲੱਗ ਜਿਹੜੇ ਵਾਕ ਬੋਲੇ ਨੇ, ਹਰੇਕ ਥਾਂ 'ਤੇ ਘੜੀ ਸ਼ਬਦ ਨੇ ਅਲੱਗ ਅਰਥ ਦਿੱਤਾ। ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੇ ਕੇ ਸਮਝਾਉਣੀ ਹੈ ਮੈਂ। ਜਿੱਦਾਂ ਇੱਕ ਸ਼ਬਦ ਹੈ ਬੇਟੇ ਹਾਰ। ਠੀਕ ਹੈ, ਹੁਣ ਹਾਰ ਆ ਜਿਹੜੀ,
ਇਕੱਲੇ ਸ਼ਬਦ ਦੇ ਅਰਥ ਜਦੋਂ ਅਸੀਂ ਬੋਲਾਂਗੇ ਸ਼ਬਦ ਤਾਂ ਅਸੀਂ ਕਹਿ ਸਕਦੇ ਹਾਂ ਹਾਰ ਮਤਲਬ ਜਿੱਤਣ ਦਾ ਓਪੋਜ਼ਿਟ ਹੋ ਗਿਆ ਹੈ ਨਾ। ਲੇਕਿਨ ਮੈਂ ਸੈਂਟੈਂਸ ਦੇ ਹਿਸਾਬ ਨਾਲ ਤੁਹਾਨੂੰ ਦੱਸਦੀ ਹਾਂ, ਮੈਂ ਉਸ ਨੂੰ ਸਮਝਾ ਕੇ ਹਾਰ ਗਿਆ, ਇੱਥੇ ਦਾ ਮਤਲਬ ਹੈਗਾ ਥੱਕ ਗਿਆ। ਉੱਦਾਂ ਹੀ ਵਾਧਾ ਘਾਟਾ, ਜ਼ਿੰਦਗੀ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਇੱਦਾਂ ਹੀ ਇੱਕ ਹੈ ਕਿ ਮੇਰੇ ਕੋਲ ਬਹੁਤ ਕੀਮਤੀ ਸੋਨੇ ਦਾ ਹਾਰ ਹੈ। ਸੋ ਇੱਥੇ ਹੋ ਗਿਆ ਇੱਕ ਮਤਲਬ ਪਹਿਨਣ ਵਾਲਾ ਗਹਿਣਾ, ਠੀਕ ਹੈ। ਉਸਨੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ, ਠੀਕ ਹੈ, ਇਹ ਫੁੱਲਾਂ ਦੇ ਹਾਰ ਵਾਸਤੇ ਹੋ ਗਿਆ। ਮੈਂ ਹਾਰ ਮੰਨਣ ਨੂੰ ਤਿਆਰ ਨਹੀਂ, ਇੱਥੇ ਜਿੱਤਣ ਦੇ ਉਲਟ ਹੋ ਗਿਆ। ਸੋ ਜਿੱਥੇ ਜਿੱਥੇ ਮੈਂ ਸ਼ਬਦ ਨੂੰ ਵਰਤਿਆ ਅਲੱਗ-ਅਲੱਗ ਕੰਟੈਕਸਟ ਵਿੱਚ, ਉੱਥੇ ਉਹਨੇ ਅਲੱਗ-ਅਲੱਗ ਅਰਥ ਦਿੱਤਾ, ਲੇਕਿਨ ਸਪੈਲਿੰਗ ਵਾਈਜ਼ ਅਤੇ ਬੋਲਣ ਵਾਈਜ਼ ਉਹ ਸੇਮ ਆ, ਠੀਕ ਹੈ। ਸੋ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਹੁ ਅਰਥਕ, ਭਾਵ ਇੱਕੋ ਸ਼ਬਦ ਅਰਥ ਬਹੁਤੇ ਰੱਖਦਾ, ਠੀਕ ਹੈ। ਤਾਂ ਇਹ ਤੁਹਾਨੂੰ ਪੇਪਰ ਦੇ ਵਿੱਚ ਇਸ ਤਰੀਕੇ ਪੁੱਛਿਆ ਜਾ ਸਕਦਾ, ਕੋਈ ਸ਼ਬਦ ਦੇ ਦੇਣਗੇ ਕਿ ਇਹਦੇ ਬਹੁ ਅਰਥਕ ਲਿਖੋ, ਠੀਕ ਆ, ਕਿ ਤੁਸੀਂ ਅਲੱਗ-ਅਲੱਗ ਦੱਸਣਾ ਵੀ ਇਹ ਫਲਾਣੀ ਥਾਂ 'ਤੇ ਇਹਦਾ ਆਹ ਅਰਥ ਆਉਂਦਾ, ਫਲਾਣੀ ਥਾਂ 'ਤੇ ਇਹਦਾ ਇਹ ਅਰਥ ਆਉਂਦਾ, ਠੀਕ ਹੈ। ਸੋ ਅੱਗੇ ਬੇਟੇ ਹੁਣ ਵਾਕ ਰਚਨਾ ਤਾਂ ਆਪਾਂ ਸ਼ਬਦ ਰਚਨਾ ਤਾਂ ਆਪਾਂ ਸਮਝ ਲਈ, ਅੱਗੇ ਇੱਕ ਹੈਗਾ ਵਾਕ ਰਚਨਾ। ਸ਼ਬਦ ਤੋਂ ਬਾਅਦ ਸ਼ਬਦਾਂ ਨੂੰ ਮਿਲਾ ਕੇ ਵਾਕ ਬਣਦੇ ਹੁੰਦੇ ਆ, ਠੀਕ ਹੈ। ਅਤੇ ਜਿੱਦਾਂ ਸ਼ਬਦਾਂ ਦੀ ਰਚਨਾ ਕੀਤੀ ਹੈ ਕਿ ਇੱਕ ਸ਼ਬਦ ਤੋਂ ਹੋਰ ਸ਼ਬਦ ਬਣਾਏ ਜਾ ਸਕਦੇ ਹਨ, ਉਸੇ ਤਰ੍ਹਾਂ ਵਾਕਾਂ ਦੀ ਵੀ ਰਚਨਾ ਹੁੰਦੀ ਹੈ। ਅਤੇ ਆਪਾਂ ਹੁਣ ਇੱਥੇ ਇਹ ਦੇਖਣਾ ਕਿ ਵਾਕ ਰਚਨਾ ਕੀ ਹੁੰਦੀ ਹੈ, ਠੀਕ ਹੈ, ਕਿਵੇਂ ਹੁੰਦੀ ਹੈ, ਅਤੇ ਇਹਦੀ ਜਿਹੜੀਆਂ ਕਿਸਮਾਂ ਕੀ ਨੇ। ਜੇ ਅਸੀਂ ਗ੍ਰਾਮੈਟੀਕਲੀ ਦੇਖੀਏ ਤਾਂ ਜਿਹੜੇ ਪੰਜਾਬੀ ਦੀ ਵਿਆਕਰਨ ਦੇ ਅਨੁਸਾਰ ਵਾਕ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਆਪੂਰਨ ਵਾਕ, ਇੱਕ ਹੁੰਦਾ ਪੂਰਨ ਵਾਕ, ਠੀਕ ਹੈ। ਆਪੂਰਨ ਵਾਕ ਦੇ ਵਿੱਚ ਕੀ ਹੁੰਦਾ ਬੇਟੇ, ਅ ਲੱਗ ਗਿਆ ਨਾ ਅੱਗੇ, ਪੂਰਨ ਹੁੰਦਾ ਪੂਰਾ, ਕੰਪਲੀਟ। ਆਪੂਰਨ ਇਹ ਉਹ ਵਾਕ ਹੁੰਦੇ ਨੇ ਜਿਹੜੇ ਵਿਆਕਰਨ ਨਿਯਮਾਂ ਅਨੁਸਾਰ ਪੂਰੇ ਨਹੀਂ ਹੁੰਦੇ, ਆੜਾ ਲੱਗ ਗਿਆ ਅੱਗੇ, ਅਪੂਰਨ, ਪਰ ਕਾਰਜ ਦੇ ਪੱਧਰ ਦੇ ਉੱਤੇ ਯਾਨੀ ਕਿ ਫੰਕਸ਼ਨਲੀ ਕੰਮ ਪੂਰਾ ਦਿੰਦੇ ਆ, ਮੀਨਿੰਗ ਪੂਰਾ ਕਨਵੇ ਕਰਦੇ ਆ। ਪਰ ਵਿਆਕਰਨ ਦੇ ਜਿਹੜੇ ਨਿਯਮ ਹੁੰਦੇ ਨੇ ਕਿ ਇੱਕ ਤੁਹਾਡਾ ਜਿੱਦਾਂ ਇੰਗਲਿਸ਼ ਦੇ ਵਿੱਚ ਹੁੰਦਾ ਸਬਜੈਕਟ, ਆਬਜੈਕਟ, ਵਰਬ, ਹੈ ਨਾ, ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਹੀ ਵਾਕ ਬਣੇਗਾ। ਅਤੇ ਪਰ ਕੁਛ ਵਾਕ ਇਹੋ ਜਿਹੇ ਹੁੰਦੇ ਨੇ ਬੇਟੇ ਕਿ ਗ੍ਰਾਮੈਟੀਕਲੀ ਚਾਹੇ ਸਾਨੂੰ ਲੱਗਣ ਕਿ ਇਹਦੇ 'ਚ ਅੱਧੀਆਂ ਗੱਲਾਂ ਨਹੀਂ ਹੈਗੀਆਂ, ਠੀਕ ਹੈ, ਜਾਂ ਸਬਜੈਕਟ ਨਹੀਂ, ਜਾਂ ਆਬਜੈਕਟ ਨਹੀਂ, ਜਾਂ ਵਰਬ ਨਹੀਂ ਹੈਗਾ, ਯਾਨੀ ਕਿ ਪੰਜਾਬੀ 'ਚ ਅਸੀਂ ਉਹਨੂੰ ਕਰਤਾ, ਕਰਮ ਅਤੇ ਕਿਰਿਆ ਕਹਿ ਦਿੰਦੇ ਹਾਂ, ਤਾਂ ਪਰ ਫਿਰ ਵੀ ਉਹ ਮੀਨਿੰਗ ਪੂਰਾ ਦਿੰਦੇ ਨੇ। ਫੋਰ ਐਗਜ਼ਾਮਪਲ, ਕੁਝ ਜਦੋਂ ਤੁਹਾਨੂੰ ਕੋਈ ਗੱਲ ਪੁੱਛਦਾ, ਰਾਈਟ, ਤਾਂ ਤੁਸੀਂ ਅੱਗੋਂ ਕਹਿ ਦਿੰਦੇ ਆ ਕੁਛ ਨਹੀਂ, ਕੁਛ ਨਹੀਂ। ਹੁਣ ਇਹ ਜਿਹੜਾ ਵਾਕ ਆ, ਜੇ ਅਸੀਂ ਗ੍ਰਾਮੈਟੀਕਲੀ ਦੇਖੀਏ ਤਾਂ ਅਪੂਰਨ ਆ, ਮਤਲਬ ਸਾਰੀਆਂ ਚੀਜ਼ਾਂ ਇਹਦੇ 'ਚ ਨਾ ਆਈਆਂ ਨਹੀਂ ਹੋਈਆਂ, ਕਰਤਾ, ਕਰਮ, ਕਿਰਿਆ, ਠੀਕ ਆ, ਇਹਨਾਂ 'ਚ ਪੂਰੀਆਂ ਦੀਆਂ ਪੂਰੀਆਂ ਚੀਜ਼ਾਂ ਇਹਦੇ 'ਚ ਹੈ ਨਹੀਂ, ਇਸ ਕਰਕੇ ਇਹ ਅਪੂਰਨ ਵਾਕ ਆ, ਲੇਕਿਨ ਮੀਨਿੰਗ ਸਾਨੂੰ ਕਨਵੇ ਹੋ ਜਾਂਦਾ, ਠੀਕ ਹੈ ਨਾ। ਅਤੇ ਜਿਹੜੇ ਹੁੰਦੇ ਆ ਪੂਰਨ ਵਾਕ, ਉਹ ਬਣਤਰ ਦੇ ਪੱਖ ਤੋਂ ਤਿੰਨ ਤਰ੍ਹਾਂ ਦੇ ਹੁੰਦੇ ਨੇ, ਸਧਾਰਨ, ਸੰਯੁਕਤ ਅਤੇ ਮਿਸ਼ਰਤ। ਆਈ ਐਮ ਰਿਪੀਟਿੰਗ, ਪੂਰਨ ਵਾਕ ਸਧਾਰਨ, ਸੰਯੁਕਤ, ਮਿਸ਼ਰਤ, ਠੀਕ ਹੈ, ਯਾਨੀ ਕਿ ਸਿੰਪਲ ਸੈਂਟੈਂਸ। ਸੰਯੁਕਤ ਜਿਹੜਾ ਆਪਾਂ ਦੋ ਸੈਂਟੈਂਸਾਂ ਨੂੰ ਕੰਬਾਈਨਡ ਕਰਕੇ ਬਣਾਉਂਦੇ ਹਾਂ, ਮਿਸ਼ਰਤ ਹੋ ਗਿਆ ਜਿਹੜਾ ਕੰਪਾਊਂਡ, ਜਿਹੜਾ ਕੰਪਲੈਕਸ ਸੈਂਟੈਂਸ ਹੁੰਦਾ, ਰਾਈਟ। ਹੁਣ ਆਪਾਂ ਦੇਖੀ ਜਾਈਏ ਕਿ ਜਿਹੜੇ ਸਧਾਰਨ ਵਾਕ ਆ ਉਹ ਕਿਵੇਂ ਦੇ ਹੁੰਦੇ ਨੇ। ਸਧਾਰਨ ਵਾਕ ਉਹ ਹੁੰਦੇ ਨੇ ਜਿਹਦੇ ਵਿੱਚ ਇੱਕੋ ਕਿਰਿਆ ਹੁੰਦੀ ਆ, ਠੀਕ ਆ, ਇੱਕ ਹੀ ਕਿਰਿਆ ਹੋਵੇ, ਜਿਵੇਂ ਮਨਜੀਤ ਦੁਕਾਨਦਾਰ ਹੈ, ਇਹਦੇ 'ਚ ਹੈ ਸ਼ਬਦ ਇੱਕੋ ਹੀ ਕਿਰਿਆ ਹੈਗਾ, ਠੀਕ ਹੈ ਨਾ। ਮੈਂ ਰੋਟੀ ਖਾਧੀ, ਇਸ ਸੈਂਟੈਂਸ ਵਿੱਚ ਵੀ ਇੱਕੋ ਹੀ ਕਿਰਿਆ, ਠੀਕ ਆ। ਉਹ ਵਾਲਾ ਸੈਂਟੈਂਸ ਜਿਹਦੇ ਵਿੱਚ ਓਨਲੀ ਵਨ ਕਿਰਿਆ, ਵਨ ਵਰਬ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਸਧਾਰਨ ਵਾਕ। ਅਤੇ ਸੰਯੁਕਤ ਵਾਕ, ਸੰਯੁਕਤ ਸ਼ਬਦ ਦਾ ਮਤਲਬ ਹੁੰਦਾ ਜੋੜਨਾ, ਜਾਣੀ ਕਿ ਦੋ ਚੀਜ਼ਾਂ ਨੂੰ ਜੋੜ ਕੇ ਇੱਕ ਬਣਦੀ। ਹੁਣ ਮੈਂ ਇੱਕ ਸੈਂਟੈਂਸ ਬੋਲਦੀ ਹਾਂ, ਉਹ ਕਵਿਤਾ ਬੋਲਦੀ ਗਈ ਅਤੇ ਮੈਂ ਲਿਖਦਾ ਗਿਆ। ਹੁਣ ਤੇ ਦੇ ਨਾਲ ਦੋ ਸੈਂਟੈਂਸ ਜੁੜ ਗਏ, ਅਤੇ ਜਿਹੜੀਆਂ ਕਿਰਿਆਵਾਂ ਨੇ ਇਹਦੇ 'ਚੋਂ ਵੀ ਦੋ ਹੋ ਗਈਆਂ। ਉਹ ਕਵਿਤਾ ਬੋਲਦੀ ਗਈ ਇੱਕ ਕਿਰਿਆ, ਅਤੇ ਮੈਂ ਲਿਖਦਾ ਗਿਆ ਦੂਜੀ ਕਿਰਿਆ, ਠੀਕ ਆ। ਯਾਨੀ ਕਿ ਦੋ ਸੈਂਟੈਂਸ, ਸਿੰਪਲ ਸੈਂਟੈਂਸ ਦੋ ਨੇ ਜਿਹੜੇ ਉਹ ਜੁੜ ਗਏ ਤਾਂ ਇੱਕ ਬਣ ਗਿਆ ਉਹ ਜੁੜ ਕੇ, ਉਹਨੂੰ ਅਸੀਂ ਕਹਿੰਦੇ ਹਾਂ ਸੰਯੁਕਤ ਵਾਕ। ਨੈਕਸਟ ਹੁੰਦਾ ਮਿਸ਼ਰਤ ਵਾਕ। ਮਿਸ਼ਰਤ ਵਾਕ ਕੀ ਹੁੰਦੇ ਨੇ ਬੇਟੇ, ਉਹਦੇ 'ਚ ਇੱਕ ਪ੍ਰਧਾਨ ਉਪਵਾਕ ਹੁੰਦਾ, ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਨੇ, ਮਤਲਬ ਇੱਕ ਕੰਪਲੀਟ ਸੈਂਟੈਂਸ ਹੁੰਦਾ ਜਿਹੜਾ ਆਪਣੇ ਆਪ 'ਚ ਫੁੱਲ ਹੁੰਦਾ, ਪੂਰਾ ਮੀਨਿੰਗ ਕਨਵੇ ਕਰਦਾ, ਲੇਕਿਨ ਜਿਹੜਾ ਅਗਲਾ ਵਾਕ ਦਾ ਹਿੱਸਾ ਹੁੰਦਾ ਉਹ ਪਹਿਲੇ ਉੱਤੇ ਡਿਪੈਂਡੈਂਟ ਹੁੰਦਾ। ਫੋਰ ਐਗਜ਼ਾਮਪਲ, ਜੇ ਇਸ ਤਰ੍ਹਾਂ ਬਾਰਿਸ਼ ਹੁੰਦੀ ਰਹੀ, ਹੁਣ ਇਹ ਕੰਪਲੀਟ ਨਹੀਂ ਹੈਗਾ, ਸਾਨੂੰ ਐਂ ਲੱਗਦਾ ਅਜੇ ਹੋਰ ਵੀ ਕੁਛ ਕਹਿਣ ਵਾਲਾ, ਹੈ ਨਾ। ਜੇ ਇਸ ਤਰ੍ਹਾਂ ਬਾਰਿਸ਼ ਹੁੰਦੀ ਰਹੀ ਤਾਂ ਗੰਦਗੀ ਫੈਲ ਜਾਏਗੀ। ਸੋ ਇੱਥੇ ਹੈਗਾ ਜਿਹੜਾ ਜੇ ਸ਼ਬਦ ਆ ਉਹਨੇ ਦੋਨਾਂ ਨੂੰ
ਇਕੱਠਾ ਕੀਤਾ, ਠੀਕ ਆ। ਅਤੇ ਉਹਦੇ ਨਾਲ ਇੱਕ ਦੂਜੇ 'ਤੇ ਇੰਡੀਪੈਂਡੈਂਸੀ ਬਣੀ ਆ। ਸਿੰਪਲ ਜਿਹਾ ਇਹਨੂੰ ਯਾਦ ਰੱਖਣ ਦਾ ਤਰੀਕਾ, ਜੇ, ਜਿਹੜਾ, ਕਿਹੜਾ, ਕਿਉਂਕਿ, ਇੱਦਾਂ ਦੇ ਜਿਹੜੇ ਸੈਂਟੈਂਸ ਵਿੱਚ ਵਰਡ ਆਉਂਦੇ ਨੇ ਉਹ ਹੁੰਦੇ ਆ ਮਿਸ਼ਰਤ ਵਾਕ। ਉਹ ਬਹੁਤ ਖੁਸ਼ ਹੈ, ਕੰਪਲੀਟ ਵਰਡ ਆ। ਅੱਗੇ ਹੈ ਕਿਉਂਕਿ ਉਹ ਚੰਗੇ ਅੰਕ ਲੈ ਕੇ ਪਾਸ ਹੋਈ ਹੈ, ਠੀਕ ਹੈ। ਯਾਨੀ ਕਿ ਉਹਦੇ ਖੁਸ਼ ਹੋਣ ਦੀ ਡਿਪੈਂਡੈਂਸੀ ਹੈਗੀ ਉਹਦੀ ਅਗਲੀ ਗੱਲ ਦੇ ਉੱਤੇ, ਠੀਕ ਹੈ। ਇਸ ਕਰਕੇ ਇਹ ਯਾਦ ਰੱਖਣਾ ਇਹਦੇ 'ਚ, ਜਦੋਂ ਜੇ, ਜਿਹੜਾ, ਕਿਉਂਕਿ ਆਦਿ ਵਰਡ ਲੱਗੇ ਹੋਣਗੇ ਉਹ ਸਾਰੇ ਦੇ ਸਾਰੇ ਮਿਸ਼ਰਤ ਹੋਣਗੇ। ਇੱਦਾਂ ਹੀ ਬੇਟੇ ਕਾਰਜ ਦੇ ਆਧਾਰ 'ਤੇ, ਇਹ ਤਾਂ ਬਣਤਰ ਦੇ ਆਧਾਰ 'ਤੇ ਸੀਗੇ 3 ਤਰ੍ਹਾਂ ਦੇ ਵਾਕ। ਮੈਂ ਰਿਪੀਟ ਕਰਦੀ ਹਾਂ, ਬਣਤਰ ਦੇ ਆਧਾਰ 'ਤੇ 3 ਤਰ੍ਹਾਂ ਦੇ ਵਾਕ ਸੀ, ਸਧਾਰਨ, ਸੰਯੁਕਤ, ਮਿਸ਼ਰਤ। ਹੁਣ ਹੈ ਕਾਰਜ ਦੇ ਆਧਾਰ 'ਤੇ, ਯਾਨੀ ਕਿ ਫੰਕਸ਼ਨ, ਕੰਮ ਕੀ ਕੀ ਕਰਦੇ ਆ ਵਾਕ, ਹੈ ਨਾ। ਤਾਂ ਉਹਦੇ ਆਧਾਰ 'ਤੇ ਵੀ 3 ਤਰ੍ਹਾਂ ਦੇ ਹੁੰਦੇ ਨੇ, ਬਹੁਤ ਸਿੰਪਲ ਆ। ਸਭ ਤੋਂ ਪਹਿਲਾਂ ਬਿਆਨੀਆਂ ਵਾਕ। ਬਿਆਨੀਆਂ ਮਤਲਬ ਬਿਆਨ ਦੇਣਾ, ਜਿਵੇਂ ਕੋਈ ਸਟੇਟਮੈਂਟ ਦੇਣੀ। ਸਿੰਪਲ ਜੀ ਗੱਲ, ਇਹ ਮੇਰਾ ਘਰ ਹੈ, ਇਹ ਇੱਕ ਸਟੇਟਮੈਂਟ ਹੈ, ਠੀਕ ਹੈ ਨਾ। ਅਤੇ ਦੂਸਰੀ ਗੱਲ ਕਿ ਇਹਦੇ 'ਚ ਇਹ ਯਾਦ ਰੱਖਣਾ ਹੁੰਦਾ ਕਿ ਸਾਡਾ ਕੋਈ ਇੱਕ ਸਿੰਪਲ ਅਸੀਂ ਸਟੇਟਮੈਂਟ ਦਿੰਦੇ ਹਾਂ ਜਿਹੜੀ, ਠੀਕ ਆ, ਇਹ ਮੇਰੀ ਕਿਤਾਬ ਹੈ, ਇਹ ਇੱਕ ਕਿਤਾਬ ਹੈ, ਇਹ ਇੱਕ ਸੜਕ ਹੈ। ਸੋ ਇਹ ਸਾਰੀ ਦੀ ਸਾਰੀ ਵਾਕ ਜਿਹੜੇ ਹੋਣਗੇ ਬਿਆਨੀਆਂ ਵਾਕ ਹੋਣਗੇ, ਠੀਕ ਹੈ ਨਾ। ਇਹ 'ਚ ਇੱਕ ਤਰ੍ਹਾਂ ਨਾਲ ਕਿਸੇ ਸੱਚਾਈ ਨੂੰ, ਕਿਸੇ ਘਟਨਾ ਨੂੰ ਜਾਂ ਕੋਈ ਸੂਚਨਾ ਦਿੱਤੀ ਜਾਂਦੀ ਹੈ, ਸਿੰਪਲ। ਇੱਕ ਹੁੰਦੇ ਆ ਹੁਕਮੀ ਵਾਕ। ਹੁਕਮ ਮਤਲਬ ਜਿਵੇਂ ਆਗਿਆਕਾਰੀ ਵਾਕ ਜਾਂ ਹੁਕਮੀ ਵਾਕ, ਜਿਹਦੇ ਵਿੱਚ ਜਾਂ ਤਾਂ ਕੋਈ ਨਾ ਕੋਈ ਬੇਨਤੀ ਕੀਤੀ ਹੋਏਗੀ, ਜਾਂ ਹੁਕਮ ਦਿੱਤਾ ਹੋਊਗਾ, ਜਾਂ ਕੋਈ ਤੁਹਾਨੂੰ ਸਲਾਹ ਦਿੱਤੀ ਹੋਊਗੀ। ਫੋਰ ਐਗਜ਼ਾਮਪਲ, ਮੈਨੂੰ ਚਾਹ ਪਿਆਓ, ਠੀਕ ਆ, ਇਹ ਇੱਕ ਹੁਕਮ ਵੀ ਹੋ ਸਕਦਾ, ਇੱਕ ਰਿਕੁਐਸਟ ਵੀ ਹੋ ਸਕਦੀ ਆ। ਇਹ ਫੁੱਲ ਨਾ ਤੋੜੋ, ਹੈ ਨਾ। ਅਤੇ ਜਾਂ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ। ਸੋ ਸਲਾਹ ਹੋ ਗਈ, ਹੁਕਮ ਹੋ ਗਿਆ, ਅਤੇ ਬੇਨਤੀ ਹੋ ਗਈ। ਇਸ ਤਰ੍ਹਾਂ ਦੇ ਜਿਹੜੇ ਵਾਕ ਹੋਣਗੇ ਉਹਨੂੰ ਅਸੀਂ ਹੁਕਮੀ ਵਾਕ ਕਹਿੰਦੇ ਹਾਂ। ਅਗਲਾ ਹੋ ਗਿਆ ਪ੍ਰਸ਼ਨਵਾਚਕ। ਵੈਰੀ ਸਿੰਪਲ, ਉਹ ਵਾਕ ਜਿਹੜਾ ਕੋਈ ਪ੍ਰਸ਼ਨ ਪੁੱਛਣ ਦੇ ਕੰਮ ਆਉਂਦਾ, ਜਿਵੇਂ ਕੀ ਤੁਸੀਂ ਠੀਕ ਹੋ, ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਅੱਜ ਤੁਸੀਂ ਕੀ ਕੀਤਾ। ਇਹ ਸਾਰੇ ਦੇ ਸਾਰੇ ਹੋ ਗਏ ਪ੍ਰਸ਼ਨਵਾਚਕ। ਹੁਣ ਯਾਦ ਕੀ ਰੱਖਣਾ, ਜੇ ਤਾਂ ਤੁਹਾਨੂੰ ਪੁੱਛਿਆ ਜਾਊਗਾ ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਨੇ, ਤਾਂ ਵੀ 3 ਨੇ। ਕਾਰਜ ਦੇ ਆਧਾਰ 'ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਨੇ, ਤਾਂ ਵੀ 3 ਨੇ। ਲੇਕਿਨ ਇਹ ਯਾਦ ਰੱਖਣਾ ਕਿ ਬਣਤਰ ਦੇ ਆਧਾਰ 'ਤੇ ਕਿਹੜੀਆਂ ਕਿਹੜੀਆਂ ਨੇ, ਸਧਾਰਨ ਵਾਕ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਸੰਯੁਕਤ ਵਾਕ, ਮਿਸ਼ਰਤ ਵਾਕ। ਅਤੇ ਕਾਰਜ ਦੇ ਆਧਾਰ 'ਤੇ ਬਿਆਨੀਆਂ ਵਾਕ, ਹੁਕਮੀ ਵਾਕ, ਪ੍ਰਸ਼ਨਵਾਚਕ ਵਾਕ, ਠੀਕ ਹੈ। ਸੋ ਇਹ ਵਾਕਾਂ ਦੀਆਂ ਕਿਸਮਾਂ ਹੋ ਗਈਆਂ। ਉਸ ਤੋਂ ਬਾਅਦ ਬੇਟੇ ਮੈਂ ਇਸੇ ਕਲਾਸ ਦੇ ਵਿੱਚ ਹੀ ਤੁਹਾਨੂੰ ਅਗਲਾ ਚੀਜ਼ ਜਿਹੜੀ ਹੈਗੀ ਦੱਸ ਦੇਵਾਂ। ਉਹਦੇ ਲਈ ਅਲੱਗ ਤੋਂ ਆਪਾਂ ਨਹੀਂ ਦੇਖਾਂਗੇ ਕਿ ਪੰਜਾਬੀ ਅਸੀਂ ਇਹ ਤਾਂ ਸਮਝ ਲਿਆ, ਭਾਸ਼ਾ ਦੇ ਬਾਰੇ ਸਮਝ ਲਿਆ, ਉਹਦੀਆਂ ਜਿਹੜੀਆਂ ਸ਼ਬਦ ਰਚਨਾ ਬਾਰੇ ਸਮਝ ਲਿਆ, ਵਾਕ ਰਚਨਾ ਬਾਰੇ ਸਮਝ ਲਿਆ, ਲੇਕਿਨ ਵਿਹਾਰਕ ਰੂਪ ਦੇ ਵਿੱਚ ਆਪਾਂ ਕਿੱਦਾਂ ਵਰਤਦੇ ਹਾਂ ਇਹਨੂੰ। ਜਿੱਦਾਂ ਮੁਹਾਵਰੇ ਅਤੇ ਅਖਾਣਾਂ ਦੋ ਇੱਕ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਮ ਬੋਲਚਾਲ ਦੇ ਵਿੱਚ ਅਸੀਂ ਵਰਤਦੇ ਹਾਂ। ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਇਹਨਾਂ ਨੂੰ ਘੱਟ ਵਰਤਦੀ ਹੈ, ਲੇਕਿਨ ਤੁਸੀਂ ਕਿਸੇ ਵੀ ਪੁਰਾਣੇ ਬਜ਼ੁਰਗ ਕੋਲ ਬੈਠੋ ਤਾਂ ਉਹਨਾਂ ਦੀ ਗੱਲਬਾਤ ਦੇ ਵਿੱਚ ਮੁਹਾਵਰੇ, ਈਡੀਅਮਸ, ਅਖਾਣਾਂ ਜਿਹੜੀਆਂ ਬਹੁਤ ਹੁੰਦੀਆਂ ਨੇ। ਹੁਣ ਇਹਨਾਂ 'ਚ ਫ਼ਰਕ ਸਮਝ ਲਓ ਥੋੜ੍ਹਾ ਜਿਹਾ। ਮੁਹਾਵਰੇ ਬੇਟੇ ਸਿੰਪਲ ਜੀ ਗੱਲ ਕਿ ਡਿਕਸ਼ਨਰੀ ਵਿੱਚ ਸ਼ਬਦ ਦਾ ਜੋ ਅਰਥ ਹੁੰਦਾ ਉਹ ਨਾ ਹੋ ਕੇ ਇੱਕ ਡਿਫਰੈਂਟ, ਇੱਕ ਡੂੰਘਾ ਹੋਰ ਅਰਥ ਪਿਆ ਹੁੰਦਾ ਉਹਦੇ ਪਿੱਛੇ। ਸਮਝਾਉਣ ਲਈ ਮੈਂ ਦੱਸਾਂ ਤੁਹਾਨੂੰ, ਘੋੜੇ ਵੇਚ ਕੇ ਸੌਣਾ। ਹੁਣ ਜੇ ਆਪਾਂ ਇਹਦੇ ਡਿਕਸ਼ਨਰੀ ਮੀਨਿੰਗ 'ਤੇ ਜਾਈਏ, ਘੋੜੇ ਵੇਚ ਕੇ ਸੌਣਾ ਤਾਂ ਕੀ ਮਤਲਬ ਹੋਏਗਾ, ਘੋੜੇ ਸਾਨੂੰ ਪਤਾ ਇੱਕ ਐਨੀਮਲ ਆ, ਉਹਨਾਂ ਨੂੰ ਸੈਲ ਕਰ ਦਿੱਤਾ ਅਤੇ ਫਿਰ ਸੌਂ ਗਏ। ਬਟ ਅਸਲ ਵਿੱਚ ਇਹਦਾ ਮੀਨਿੰਗ ਇਹ ਨਹੀਂ ਹੈ। ਅਸਲ ਵਿੱਚ ਇਹਦਾ ਹੋਰ ਗਹਿਰਾ ਮੀਨਿੰਗ ਆ, ਯਾਨੀ ਕਿ ਜੋ ਦੇਖਣ ਨੂੰ ਮੀਨਿੰਗ ਲੱਗਦਾ, ਜੋ ਸ਼ਬਦਾਂ ਨੂੰ ਦੇਖ ਕੇ ਮੀਨਿੰਗ ਲੱਗਦਾ, ਉਹ ਨਾ ਹੋ ਕੇ ਇੱਕ ਹੋਰ ਗਹਿਰਾ ਡੂੰਘਾ ਮੀਨਿੰਗ ਹੁੰਦਾ। ਘੋੜੇ ਵੇਚ ਕੇ ਸੌਣਾ ਮਤਲਬ ਬੇਫਿਕਰ ਹੋ ਕੇ ਸੌਣਾ। ਹੁਣ ਮੁਹਾਵਰੇ ਆ ਜਿਹੜੇ ਕਿਸੇ ਵੀ ਭਾਸ਼ਾ ਨੂੰ ਖੂਬਸੂਰਤ ਬਣਾਉਂਦੇ ਨੇ। ਅਸੀਂ ਕਿਸੇ ਬਜ਼ੁਰਗ ਕੋਲ ਬੈਠੀਏ, ਅਸੀਂ ਕਹਿੰਦੇ ਹਾਂ ਮਤਲਬ ਬਹੁਤ ਸਾਰੇ ਮੁਹਾਵਰੇ ਉਹਨਾਂ ਦੇ ਮੂੰਹੋਂ ਸੁਣਨ ਨੂੰ ਮਿਲਦੇ ਨੇ, ਠੀਕ ਹੈ। ਤਾਂ ਜਿੱਦਾਂ ਮੰਨ ਲਓ ਸਾਨੂੰ ਕਹੂਗਾ, ਕਿਵੇਂ ਘੋੜੇ ਵੇਚ ਕੇ ਸੁੱਤਾ, ਪੇਪਰ ਅਜੇ ਤੇਰੇ ਸਿਰ 'ਤੇ ਨੇ, ਹੈ ਨਾ। ਜਾਂ ਹੁਣ ਤੁਸੀਂ ਕਹਿ ਲਓ ਕਿ ਮੰਨ ਲਓ ਤੁਸੀਂ ਲੇਟ ਉੱਠੋ ਅਤੇ ਤੁਹਾਡੇ ਘਰ ਦੇ ਕਹਿਣਗੇ ਪਰਸੋਂ ਤੇਰਾ ਪੇਪਰ ਹੈ, ਘੋੜੇ ਵੇਚ ਕੇ ਸੁੱਤਾ। ਜਾਂ ਆਪਾਂ ਕਹਾਂਗੇ ਕਿ ਜਦੋਂ ਸਾਡੇ ਪੇਪਰ ਖਤਮ ਹੋ ਗਏ ਤਾਂ ਮੈਂ ਘੋੜੇ ਵੇਚ ਕੇ ਸੌਂ ਜਾਣਾ। ਹੁਣ ਅਸਲ ਵਿੱਚ ਘੋੜੇ ਥੋੜ੍ਹਾ ਵੇਚਣੇ ਆ, ਉਹਦਾ ਮੁਹਾਵਰਾ ਇਹ ਉਹਦਾ ਇੱਕ ਮੀਨਿੰਗ ਹੈ, ਠੀਕ ਹੈ। ਇਸ ਗੱਲ ਨੂੰ ਸਮਝਣਾ ਕਿ ਮੁਹਾਵਰੇ ਕੀ ਹੁੰਦੇ ਆ। ਇੱਕ ਵਰਡ ਹੁੰਦਾ, ਵਰਡ ਦਾ ਇੱਕ ਸਮੂਹ ਹੁੰਦਾ, ਯਾਨੀ ਕਿ 3-4 ਸ਼ਬਦ ਮਿਲਾ ਕੇ, ਤਾਂ ਉਹ ਡਿਕਸ਼ਨਰੀ ਦੇ ਅਕੋਰਡਿੰਗ ਹੋਰ ਮੀਨਿੰਗ ਦਿੰਦਾ, ਬਟ ਅਸਲ 'ਚ ਉਹਦਾ ਮੁਹਾਵਰੇ ਦੇ ਅਕੋਰਡਿੰਗ ਹੋਰ ਮੀਨਿੰਗ ਹੁੰਦਾ। ਜਿਵੇਂ ਹੁੰਦਾ ਇੱਟ ਕੁੱਤੇ ਦਾ ਵੈਰ।
ਇਹਦਾ ਅਸੀਂ ਇੱਦਾਂ ਲੋਕਾਂ ਦੇ ਲਈ ਵਰਤਦੇ ਹਾਂ। ਜੇ ਕੋਈ ਦੋ ਦੁਸ਼ਮਣ ਬਹੁਤ ਪੱਕੇ ਹੋਣ, ਬਹੁਤੀ ਦੁਸ਼ਮਣੀ ਹੋਵੇ, ਬਹੁਤ ਗਹਿਰੀ ਦੁਸ਼ਮਣੀ ਹੋਵੇ, ਉੱਥੇ ਅਸੀਂ ਕਹਿੰਦੇ ਹਾਂ ਫਲਾਣੇ ਦਾ ਤਾਂ ਇੱਟ ਕੁੱਤੇ ਦਾ ਵੈਰ ਆ, ਠੀਕ ਹੈ। ਸੋ ਇੱਦਾਂ ਹੀ ਇੱਕ ਵਰਡ ਤੁਹਾਨੂੰ ਮੈਂ ਹੋਰ ਮੁਹਾਵਰਾ ਹੋਰ ਦੱਸ ਦਿੰਦੀ ਹਾਂ, ਅੱਗ ਨਾਲ ਖੇਡਣਾ। ਹੁਣ ਸੱਚੀ ਮੁੱਚੀ ਅੱਗ ਨਾਲ ਨਹੀਂ ਖੇਡਣਾ। ਅੱਗ ਨਾਲ ਖੇਡਣਾ ਤੋਂ ਮਤਲਬ ਹੁੰਦਾ ਖਤਰੇ ਵਾਲੇ ਕੰਮ ਕਰਨਾ। ਜੇ ਕੋਈ ਬੰਦਾ ਇਸ ਤਰ੍ਹਾਂ ਦੇ ਕੰਮ ਕਰੇ ਜਿਹ 'ਚ ਬਹੁਤ ਖਤਰਾ ਹੋਵੇ, ਆਪਾਂ ਕਹਾਂਗੇ ਉਹ ਤਾਂ ਅੱਗ ਨਾਲ ਖੇਡਦਾ ਰਹਿੰਦਾ, ਠੀਕ ਹੈ। ਤਾਂ ਉਹ ਅਸਲ 'ਚ ਨਹੀਂ ਖੇਡਦਾ, ਮੁਹਾਵਰਾ ਵਰਤਿਆ ਸੀ ਉੱਥੇ, ਠੀਕ ਹੈ। ਇਸੇ ਤਰ੍ਹਾਂ ਇੱਕ ਹੁੰਦੀਆਂ ਬੇਟੇ ਅਖਾਣਾਂ। ਅਖਾਣਾਂ ਕੀ ਹੁੰਦੀਆਂ, ਵਾਕ ਦੇ ਵਾਂਗੂ ਹੁੰਦੀਆਂ ਨੇ, ਬਟ ਉਹ ਪੂਰਨ ਵਾਕ ਨਹੀਂ ਹੁੰਦੀਆਂ, ਗ੍ਰਾਮੈਟੀਕਲੀ ਸਹੀ ਵਾਕ ਨਹੀਂ ਹੁੰਦੀਆਂ, ਲੇਕਿਨ ਆਪਣਾ ਪੂਰਾ ਮੀਨਿੰਗ ਦਿੰਦੀਆਂ ਨੇ, ਠੀਕ ਹੈ। ਅਤੇ ਇਹ ਵੀ ਸਾਡੇ ਪੀੜ੍ਹੀ ਦਰ ਪੀੜ੍ਹੀ ਜੋ ਅਨੁਭਵ ਹੁੰਦੇ ਨੇ ਮਨੁੱਖ ਦੇ, ਹੈ ਨਾ, ਤਾਂ ਉਹ ਉਹਨਾਂ ਸਿਆਣਪਾਂ ਨੂੰ, ਉਹਨਾਂ ਗੱਲਾਂ ਨੂੰ ਇੱਕ ਮਤਲਬ ਸ਼ਬਦਾਂ ਦੇ ਸਮੂਹ ਰਾਹੀਂ ਬਿਆਨ ਕਰਦੇ ਨੇ। ਜਿਵੇਂ ਅੰਤ ਭਲੇ ਦਾ ਭਲਾ ਅਸੀਂ ਆਮ ਹੀ ਸੁਣਿਆ, ਇਹ ਹੁਣ ਮੁਹਾਵਰਾ ਨਹੀਂ ਹੈਗਾ, ਇਹ ਅਖਾਣ ਆ, ਠੀਕ ਹੈ। ਸਾਨੂੰ ਇੰਨਾ ਕਿ ਅਸੀਂ ਕਹਾਂਗੇ ਕਿ ਅਸੀਂ ਕੋਈ ਗੱਲ ਕਰ ਰਹੇ ਹਾਂ, ਕੰਟੈਕਸਟ ਵਿੱਚ ਕੋਈ ਕਹਿੰਦਾ ਕਿ ਅੰਤ ਭਲੇ ਦਾ ਭਲਾ, ਮਤਲਬ ਸਾਨੂੰ ਪੂਰੀ ਗੱਲ ਕਨਵੇ ਹੋਊਗੀ ਕਿ ਜੇ ਅਸੀਂ ਹੁਣ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਅਖੀਰ ਦੇ ਵਿੱਚ ਭਲਾ ਹੋਊਗਾ। ਹਾਥੀ ਲੰਘ ਗਿਆ ਪੂਛ ਰਹਿ ਗਈ, ਇਹ ਵੀ ਇੱਕ ਅਖਾਣ ਆ। ਜਦੋਂ ਕੋਈ ਕੰਮ ਥੋੜ੍ਹਾ ਜਿਹਾ ਰਹਿ ਜਾਂਦਾ ਅਤੇ ਜ਼ਿਆਦਾਤਰ ਕੰਮ ਨਿਪਟ ਜਾਂਦਾ, ਮੰਨ ਲਓ ਤੁਹਾਡੇ 5 ਟੋਟਲ ਪੇਪਰ ਨੇ, 4 ਹੋ ਗਏ, ਤਾਂ ਤੁਸੀਂ ਕਹੋਗੇ ਹੁਣ ਹਾਥੀ ਲੰਘ ਗਿਆ ਪੂਛ ਰਹਿ ਗਈ, ਮਤਲਬ ਵੱਡਾ ਕੰਮ ਹੋ ਗਿਆ, ਥੋੜ੍ਹਾ ਜਿਹਾ ਰਹਿ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਸਮੂਹ ਹੁੰਦੇ ਨੇ ਉਹਨਾਂ ਨੂੰ ਅਸੀਂ ਅਖਾਣਾਂ ਬੋਲਦੇ ਹਾਂ, ਠੀਕ ਹੈ ਬੇਟੇ। ਇਹ ਹੁਣ ਤੁਹਾਨੂੰ ਕਿਸੇ ਵੀ ਤਰੀਕੇ ਆ ਸਕਦੀਆਂ ਨੇ, ਮਲਟੀਪਲ ਚੋਇਸ ਵਿੱਚ ਤੁਹਾਨੂੰ ਅਖਾਣ ਕੋਈ ਦਿੱਤੀ ਹੋਏਗੀ ਜਾਂ ਕੋਈ ਮੁਹਾਵਰਾ ਦਿੱਤਾ ਹੋਏਗਾ, ਨੀਚੇ ਉਹਦਾ ਅਰਥ ਪੁੱਛਿਆ ਜਾਏਗਾ, ਠੀਕ ਹੈ ਨਾ, ਚੋਇਸ ਦਿੱਤੀ ਹੋਏਗੀ। ਉਸ ਤੋਂ ਬਾਅਦ ਆਪਾਂ ਇਸੇ ਜਿਹੜੀ ਕਲਾਸ ਦੇ ਵਿੱਚ ਲਾਸਟ ਜਿਹੜਾ ਗ੍ਰਾਮੈਟੀਕਲ ਪਾਰਟ ਆ ਉਹਦੀ ਗੱਲ ਨਿਬੇੜਦੇ ਹਾਂ। ਵੈਸੇ ਤੋਂ ਰਾਈਟਿੰਗ ਸਕਿੱਲ 'ਚ ਆ ਜਾਂਦਾ। ਤੁਹਾਨੂੰ ਪੱਤਰ ਰਚਨਾ ਆਉਣੀ ਆ, ਇੱਕ ਤੁਹਾਨੂੰ ਲੇਖ ਆਉਣਾ। ਇੱਥੇ ਮੈਂ ਸਿਰਫ ਸ਼ਾਰਟ ਦੇ ਵਿੱਚ ਗੱਲ ਕਰਾਂਗੀ, ਤੁਸੀਂ ਬਸ ਉਹਦੇ 2-2 4-4 ਪੱਤਰ ਅਤੇ 2-4 ਜਿਹੜੇ ਐਸੇ ਉਹ ਯਾਦ ਕਰ ਲੈਣੇ ਆ। ਕਰਨੇ ਕਿੱਦਾਂ ਦੇ ਉਹ ਧਿਆਨ ਰੱਖ ਲਿਓ। ਪੱਤਰ ਬੇਟੇ 2 ਤਰ੍ਹਾਂ ਦੇ ਹੁੰਦੇ ਨੇ, ਇੰਗਲਿਸ਼ 'ਚ ਗੱਲ ਕਰੀਏ ਤਾਂ ਫਾਰਮਲ ਅਤੇ ਇਨਫੋਰਮਲ, ਪੰਜਾਬੀ 'ਚ ਅਸੀਂ ਉਹਨੂੰ ਕਹਿੰਦੇ ਹਾਂ ਰਸਮੀ ਅਤੇ ਗੈਰ ਰਸਮੀ, ਜਾਣੀ ਕਿ ਨਿੱਜੀ ਪੱਤਰ। ਅਤੇ ਰਸਮੀ ਪੱਤਰ ਹੁੰਦਾ ਭਾਵ ਅਸੀਂ ਫਾਰਮਲ ਹੋ ਕੇ ਲਿਖ ਰਹੇ ਹਾਂ, ਤਾਂ ਹਮੇਸ਼ਾ ਫਾਰਮਲ ਪੱਤਰ ਜਿਹੜਾ ਕਿਸੇ ਨਾ ਕਿਸੇ ਆਫਿਸ ਲਈ ਲਿਖਿਆ ਜਾਂਦਾ, ਠੀਕ ਆ। ਉਹ ਕੋਈ ਵੀ ਹੋ ਸਕਦਾ, ਕਿਸੇ ਡਾਇਰੈਕਟਰ ਨੂੰ ਹੋ ਸਕਦਾ, ਕਿਸੇ ਪ੍ਰਿੰਸੀਪਲ ਨੂੰ ਹੋ ਸਕਦਾ, ਕਿਸੇ ਵੀ ਡਿਪਾਰਟਮੈਂਟ ਦੇ ਆਫਿਸਰ ਨੂੰ ਹੋ ਸਕਦਾ, ਠੀਕ ਹੈ। ਦੂਰ ਸੰਚਾਰ ਵਿਭਾਗ ਨੂੰ ਹੋ ਸਕਦਾ, ਅਖਬਾਰਾਂ ਦੇ ਸੰਪਾਦਕ ਨੂੰ ਹੋ ਸਕਦਾ। ਉਹ ਸਾਰੇ ਦੇ ਸਾਰੇ ਪੱਤਰ ਆਉਣਗੇ ਰਸਮੀ ਪੱਤਰ ਦੇ ਵਿੱਚ, ਠੀਕ ਹੈ। ਦੂਸਰਾ ਹੋ ਗਿਆ ਗੈਰ ਰਸਮੀ ਪੱਤਰ। ਗੈਰ ਰਸਮੀ ਯਾਨੀ ਕਿ ਨਿੱਜੀ, ਯਾਨੀ ਕਿ ਪਰਸਨਲ। ਨਾਮ ਤੋਂ ਹੀ ਪਤਾ ਲੱਗਦਾ, ਜੇ ਅਸੀਂ ਆਪਦੇ ਚਾਚੇ, ਮਾਮੇ, ਤਾਏ, ਪਿਤਾ, ਮਾਤਾ, ਭੈਣ, ਭਰਾ ਅਤੇ ਦੋਸਤ ਨੂੰ ਪੱਤਰ ਲਿਖਾਂਗੇ, ਉਹ ਹੋਏਗਾ ਨਿੱਜੀ ਪੱਤਰ, ਠੀਕ ਹੈ। ਸੋ ਦੋਨਾਂ ਦੇ ਫਾਰਮੈਟ ਦੇਖ ਜਾਣੇ ਆ ਧਿਆਨ ਦੇ ਨਾਲ, ਅਤੇ ਫਿਰ ਉੱਥੇ ਤੁਸੀਂ ਮਤਲਬ ਇਹ ਤੁਹਾਨੂੰ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਨਿੱਜੀ ਪੱਤਰ ਅਟੈਂਪਟ ਕਰ ਰਿਹਾ ਤਾਂ ਮੈਂ ਫਾਰਮੈਟ ਕੀ ਰੱਖਣਾ, ਅਤੇ ਜੇ ਮੈਂ ਦਫ਼ਤਰੀ ਪੱਤਰ ਜਾਂ ਰਸਮੀ ਪੱਤਰ ਜਾਂ ਫਾਰਮਲ ਪੱਤਰ ਕਰ ਰਿਹਾ, ਇੱਕੋ ਹੀ ਗੱਲ ਹੁੰਦੀ ਹੈ ਇਹ, ਤਾਂ ਫਿਰ ਮੈਂ ਫਾਰਮੈਟ ਕੀ ਰੱਖਣਾ। ਬਸ ਦੋਨਾਂ ਦੇ ਫਾਰਮੈਟ ਅਲੱਗ-ਅਲੱਗ ਕਰਕੇ ਇੱਕ ਵਾਰੀ ਲਿਖ ਲੈਣੇ ਆ, ਅਤੇ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਏਗਾ ਕਿ ਨਿੱਜੀ ਪੱਤਰ ਕਿਵੇਂ ਸਟਾਰਟ ਕਰਨਾ, ਕਿਵੇਂ ਐਂਡ ਕਰਨਾ, ਠੀਕ ਹੈ। ਅਤੇ ਜਿਹੜਾ ਹੈਗਾ ਦਫ਼ਤਰੀ ਪੱਤਰ ਉਹ ਕਿਵੇਂ ਸਟਾਰਟ ਕਰਨਾ, ਕਿਵੇਂ ਐਂਡ ਕਰਨਾ। ਅਤੇ ਰਹੀ ਗੱਲ ਐਸੇ ਰਾਈਟਿੰਗ ਦੀ, ਐਸੇ ਰਾਈਟਿੰਗ ਦੇ ਵਿੱਚ ਤੁਸੀਂ ਕੀ ਕਰਨਾ ਕਿ ਇੱਕ ਜਾਂ 2 ਐਸੇ ਤੁਸੀਂ ਜਿਹੜੀਆਂ ਫੇਮਸ ਪਰਸਨੈਲਿਟੀਜ਼ ਹੁੰਦੀਆਂ ਨੇ, ਮੇ ਬੀ ਉਹ ਗੁਰੂਆਂ ਵਿੱਚੋਂ ਕੋਈ ਹੋਵੇ ਜਾਂ ਕੋਈ ਦੇਸ਼ ਭਗਤ ਹੋਵੇ, ਠੀਕ ਆ, ਇਸ ਤਰ੍ਹਾਂ ਦੇ 2 ਐਸੇ ਦੇਖ ਜਾਣੇ ਆ। ਅਤੇ 2 ਜਿਹੜੇ ਜਿਵੇਂ ਸਮਾਜਿਕ ਸਮੱਸਿਆਵਾਂ ਹੁੰਦੀਆਂ ਕੋਈ, ਜਾਂ ਫਿਰ ਫੈਸਟੀਵਲਸ ਰਿਲੇਟਡ ਹੁੰਦੀਆਂ ਨੇ, ਤਿਉਹਾਰ ਹੁੰਦੇ, ਰਸਮਾਂ ਹੁੰਦੀਆਂ, ਬਸ ਇੱਦਾਂ ਦਾ, ਠੀਕ ਹੈ। ਸੋ ਇਸ ਤਰੀਕੇ ਬੇਟੇ ਤੁਹਾਡਾ ਜਿਹੜਾ ਗ੍ਰਾਮਰ ਵਾਲਾ ਪਾਰਟ ਹੈਗਾ ਤਾਂ ਉਹ ਇਹਨਾਂ ਦੋਨਾਂ ਵੀਡੀਓਜ਼ ਦੇ ਵਿੱਚ, ਭਾਵ ਪਹਿਲੀ ਵੀਡੀਓ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਿਆਂਗੀ, ਅਤੇ ਇਹ ਵੀਡੀਓ, ਇਹਨਾਂ ਦੋਨਾਂ ਵੀਡੀਓਜ਼ ਦੇ ਨਾਲ ਤੁਸੀਂ ਆਪਣਾ ਗ੍ਰਾਮਰ ਪਾਰਟ ਹੈ ਜਿਹੜਾ ਪੰਜਾਬੀ ਦਾ ਉਹ ਚੰਗੀ ਤਰ੍ਹਾਂ ਕਰ ਸਕਦੇ ਹੋ।